ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਨਰਿੰਦਰ ਸਿੰਘ ਤੇ ਅੱਜ ਆਪਾਂ ਇੱਕ ਬਹੁਤ ਹੀ ਡੂੰਘੇ ਅਤੇ ਜ਼ਰੂਰੀ ਵਿਸ਼ੇ ਤੇ ਗੱਲ ਕਰਾਂਗੇ। ਸੁਤੰਤਰਤਾ ਯਾਨੀ ਕਿ ਲਿਬਰਟੀ। ਇਹ ਇੱਕ ਐਸਾ ਸ਼ਬਦ ਹੈ ਜਿਸ ਨੂੰ ਆਪਾਂ ਰੋਜ਼ ਸੁਣਦੇ ਹਾਂ, ਵਰਤਦੇ ਹਾਂ, ਪਰ ਕੀ ਆਪਾਂ ਕਦੇ ਰੁਕ ਕੇ ਸੋਚਿਆ ਹੈ ਕਿ ਇਸ ਦਾ ਅਸਲ ਮਤਲਬ ਕੀ ਹੈ? ਚਲੋ ਅੱਜ ਇਸ ਦੀਆਂ ਪਰਤਾਂ ਨੂੰ ਖੋਲ ਕੇ ਸਮਝਦੇ ਹਾਂ। ਲਾਰਡ ਐਕਟਨ ਦਾ ਇੱਕ ਕਥਨ ਨਿਰੰਤਰ ਜਾਗਰੂਕਤਾ ਹੀ ਸੁਤੰਤਰਤਾ ਦੀ ਕੀਮਤ ਹੈ ਸਾਡੀ ਅੱਜ ਦੀ ਗੱਲਬਾਤ ਲਈ ਇੱਕ ਬਿਲਕੁਲ ਸਹੀ ਸ਼ੁਰੂਆਤ ਹੈ। ਇਹ ਸਾਨੂੰ ਯਾਦ ਦਿਲਵਾਉਂਦਾ ਹੈ ਕਿ ਆਜ਼ਾਦੀ ਕੋਈ ਐਸੀ ਚੀਜ਼ ਨਹੀਂ ਜੋ ਸਾਨੂੰ ਬਿਨਾਂ ਮੰਗੇ ਮਿਲ ਜਾਂਦੀ ਹੈ। ਨਹੀਂ, ਇਹ ਇੱਕ ਅਜਿਹੀ ਅਮਾਨਤ ਹੈ ਜਿਸ ਦੀ ਰਾਖੀ ਕਰਨੀ ਪੈਂਦੀ ਹੈ, ਜਿਸ ਨੂੰ ਸਮਝਣਾ ਪੈਂਦਾ ਹੈ ਤੇ ਇਸੇ ਲਈ ਅੱਜ ਦਾ ਇਹ ਵਿਸ਼ਾ ਇੰਨਾ ਜ਼ਿਆਦਾ ਮਹੱਤਵਪੂਰਨ ਹੈ। ਤਾਂ ਫਿਰ ਆ ਹੈ ਸਾਡਾ ਅੱਜ ਦਾ ਸਫ਼ਰ। ਆਪਾਂ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਾਂਗੇ ਆਜ਼ਾਦੀ ਦੀ ਪਰਿਭਾਸ਼ਾ ਤੋਂ। ਫਿਰ ਆਪਾਂ ਇਸ ਦੇ ਦੋ ਵੱਖ-ਵੱਖ ਸੰਸਾਰਾਂ ਨਕਾਰਾਤਮਕ ਤੇ ਸਕਾਰਾਤਮਕ ਸੁਤੰਤਰਤਾ ਵਿੱਚ ਡੂੰਘਾਈ ਨਾਲ ਉਤਰਾਂਗੇ ਤੇ ਅਖੀਰ ਵਿੱਚ ਆਪਾਂ ਇਹ ਦੇਖਾਂਗੇ ਕਿ ਇਸ ਦਾ ਕਾਨੂੰਨ ਅਤੇ ਸਮਾਨਤਾ ਵਰਗੇ ਵੱਡੇ ਵਿਚਾਰਾਂ ਨਾਲ ਕੀ ਰਿਸ਼ਤਾ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ ਬਿਲਕੁਲ ਬੁਨਿਆਦ ਤੋਂ। ਕਿਸੇ ਵੀ ਵੱਡੇ ਵਿਚਾਰ ਨੂੰ ਸਮਝਣ ਲਈ ਸਾਨੂੰ ਪਹਿਲਾਂ ਉਸ ਦੀਆਂ ਜੜ੍ਹਾਂ ਤੱਕ ਜਾਣਾ ਪੈਂਦਾ ਹੈ। ਸੋ ਇਹ ਸੁਤੰਤਰਤਾ ਜਾਂ ਲਿਬਰਟੀ ਸ਼ਬਦ ਆਖਿਰ ਆਇਆ ਕਿੱਥੋਂ? ਦੇਖੋ, ਲਿਬਰਟੀ ਸ਼ਬਦ ਦੀਆਂ ਜੜ੍ਹਾਂ ਹਨ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰ ਵਿੱਚ, ਤੇ ਲਿਬਰ ਦਾ ਬਹੁਤ ਹੀ ਸਿੱਧਾ ਸਾਦਾ ਮਤਲਬ ਹੈ ਆਜ਼ਾਦ। ਇਸ ਲਈ ਬਿਲਕੁਲ ਮੁੱਢਲੇ ਪੱਧਰ ਤੇ ਸੁਤੰਤਰਤਾ ਦਾ ਮਤਲਬ ਹੈ ਪਾਬੰਦੀਆਂ ਦੀ ਗੈਰ ਹਾਜ਼ਰੀ। ਇਹ ਵਿਚਾਰ ਕਿ ਕੋਈ ਵੀ ਉਦੋਂ ਆਜ਼ਾਦ ਹੁੰਦਾ ਹੈ ਜਦੋਂ ਕੋਈ ਜਾਂ ਕੁਝ ਵੀ ਉਸ ਨੂੰ ਰੋਕ ਨਹੀਂ ਰਿਹਾ ਹੁੰਦਾ। ਇਸ ਮੁੱਢਲੇ ਵਿਚਾਰ ਨੂੰ ਜ਼ਰਾ ਧਿਆਨ ਵਿੱਚ ਰੱਖਿਓ ਕਿਉਂਕਿ ਅੱਗੇ ਜਾ ਕੇ ਗੱਲ ਕਾਫੀ ਗੁੰਝਲਦਾਰ ਹੋਣ ਵਾਲੀ ਹੈ। ਪਰ ਜਿਵੇਂ-ਜਿਵੇਂ ਸਮਾਜ ਬਦਲਦੇ ਗਏ, ਹੋਰ ਗੁੰਝਲਦਾਰ ਹੁੰਦੇ ਗਏ, ਉਵੇਂ ਹੀ ਆਜ਼ਾਦੀ ਦਾ ਇਹ ਵਿਚਾਰ ਵੀ ਬਦਲਦਾ ਗਿਆ ਤੇ ਛੇਤੀ ਹੀ ਇੱਕ ਬੁਨਿਆਦੀ ਸਵਾਲ ਖੜਾ ਹੋ ਗਿਆ ਜਿਸ ਨੇ ਇਸ ਪੂਰੀ ਧਾਰਨਾ ਨੂੰ ਦੋ ਵੱਖ-ਵੱਖ ਸੰਸਾਰਾਂ ਵਿੱਚ ਵੰਡ ਦਿੱਤਾ। ਚਲੋ ਹੁਣ ਇਹਨਾਂ ਦੋਵਾਂ ਸੰਸਾਰਾਂ ਦੀ ਪੜਚੋਲ ਕਰਦੇ ਹਾਂ। ਤਾਂ ਸਾਰੀ ਗੱਲ ਇਸ ਇੱਕ ਸਵਾਲ ਤੇ ਆ ਕੇ ਖੜੀ ਹੋ ਜਾਂਦੀ ਹੈ, ਅਸਲ ਆਜ਼ਾਦੀ ਹੈ ਕੀ ਇਹ ਸਿਰਫ ਇੰਨਾ ਹੈ ਕਿ ਬਾਹਰੋਂ ਕੋਈ ਸਾਨੂੰ ਰੋਕੇ ਟੋਕੇ ਨਾ, ਸਾਡੇ ਕੰਮਾਂ ਵਿੱਚ ਦਖਲ ਨਾ ਦੇਵੇ, ਜਾਂ ਫਿਰ ਅਸਲ ਆਜ਼ਾਦੀ ਉਹ ਤਾਕਤ ਜਾਂ ਸਮਰੱਥਾ ਹੈ ਜਿਸ ਨਾਲ ਅਸੀਂ ਆਪਣੇ ਸੁਪਨਿਆਂ ਨੂੰ, ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕੀਏ? ਤੁਹਾਡਾ ਜਵਾਬ ਤੈਅ ਕਰੇਗਾ ਕਿ ਤੁਸੀਂ ਆਜ਼ਾਦੀ ਦੇ ਕਿਹੜੇ ਸੰਸਾਰ ਵਿੱਚ ਵਿਸ਼ਵਾਸ ਕਰਦੇ ਹੋ। ਇਸੇ ਸਵਾਲ ਤੋਂ ਜਨਮ ਹੁੰਦਾ ਹੈ ਦੋ ਮੁੱਖ ਵਿਚਾਰਾਂ ਦਾ। ਇੱਕ ਪਾਸੇ ਹੈ ਨਕਾਰਾਤਮਕ ਸੁਤੰਤਰਤਾ, ਜਿਸ ਨੂੰ ਆਪਾਂ ਕਿਸੇ ਚੀਜ਼ ਤੋਂ ਆਜ਼ਾਦੀ ਕਹਿ ਸਕਦੇ ਹਾਂ, ਮਤਲਬ ਬਾਹਰੀ ਰੋਕਾਂ ਨੂੰ ਹਟਾਉਣਾ। ਦੂਜੇ ਪਾਸੇ ਹੈ ਸਕਾਰਾਤਮਕ ਸੁਤੰਤਰਤਾ, ਯਾਨੀ ਕੁਝ ਕਰਨ ਦੀ ਆਜ਼ਾਦੀ। ਇਹ ਸਿਰਫ ਰੋਕਾਂ ਦੀ ਗੈਰ ਹਾਜ਼ਰੀ ਨਹੀਂ, ਬਲਕਿ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਲੋੜੀਂਦੇ ਸਾਧਨਾਂ ਤੇ ਕਾਬਲੀਅਤ ਦਾ ਹੋਣਾ ਹੈ। ਠੀਕ ਹੈ, ਤਾਂ ਆਓ ਪਹਿਲਾਂ ਆਜ਼ਾਦੀ ਦੇ ਪਹਿਲੇ ਸੰਸਾਰ ਵਿੱਚ ਡੂੰਘਾਈ ਨਾਲ ਚੱਲੀਏ। ਨਕਾਰਾਤਮਕ ਸੁਤੰਤਰਤਾ ਇਹ ਉਹ ਨਜ਼ਰੀਆ ਹੈ ਜੋ ਕਹਿੰਦਾ ਹੈ ਕਿ ਅਸਲ ਆਜ਼ਾਦੀ ਦਾ ਮਤਲਬ ਹੈ ਕਿ ਬਸ ਸਾਨੂੰ ਇਕੱਲਾ ਛੱਡ ਦਿੱਤਾ ਜਾਵੇ। ਕਲਪਨਾ ਕਰੋ ਕਿ ਹਰ ਇਨਸਾਨ ਦੇ ਆਲੇ-ਦੁਆਲੇ ਇੱਕ ਸੁਰੱਖਿਆ ਘੇਰਾ ਹੈ ਤੇ ਆਜ਼ਾਦੀ ਦਾ ਮਤਲਬ ਹੈ ਇਹ ਯਕੀਨੀ ਬਣਾਉਣਾ ਕਿ ਕੋਈ ਵੀ ਉਸ ਘੇਰੇ ਨੂੰ ਤੋੜੇ ਨਾ। ਨਕਾਰਾਤਮਕ ਆਜ਼ਾਦੀ ਦਾ ਸਭ ਤੋਂ ਵੱਡਾ ਸਿਧਾਂਤ ਹੈ ਜ਼ਬਰਦਸਤੀ ਦੀ ਗੈਰ ਹਾਜ਼ਰੀ। ਇਸ ਸੋਚ ਮੁਤਾਬਿਕ ਸਰਕਾਰ ਦਾ ਕੰਮ ਬਹੁਤ ਹੀ ਸੀਮਿਤ ਹੋਣਾ ਚਾਹੀਦਾ ਹੈ, ਇੱਕ ਰਾਤ ਦੇ ਚੌਕੀਦਾਰ ਵਾਂਗ ਜਿਸ ਦਾ ਕੰਮ ਬਸ ਇਹ ਦੇਖਣਾ ਹੈ ਕਿ ਕੋਈ ਇੱਕ ਦੂਜੇ ਦੇ ਹੱਕਾਂ ਤੇ ਡਾਕਾ ਨਾ ਮਾਰੇ। ਇਹ ਵਿਅਕਤੀ ਦੇ ਨਿੱਜੀ ਦਾਇਰੇ ਤੇ ਬਹੁਤ ਜ਼ੋਰ ਦਿੰਦੀ ਹੈ। ਆਜ਼ਾਦੀ ਇਸ ਬਾਰੇ ਹੈ ਕਿ ਦੂਜੇ ਲੋਕ ਸਾਡੇ ਨਾਲ ਕੀ ਨਹੀਂ ਕਰ ਸਕਦੇ। ਤੇ ਜਦੋਂ ਵੀ ਅਸੀਂ ਨਕਾਰਾਤਮਕ ਆਜ਼ਾਦੀ ਬਾਰੇ ਸੋਚਦੇ ਹਾਂ, ਇੱਕ ਨਾਮ ਸਭ ਤੋਂ ਪਹਿਲਾਂ ਜ਼ਿਹਨ ਵਿੱਚ ਆਉਂਦਾ ਹੈ, ਜੌਨ ਸਟੂਅਰਟ ਮਿਲ। ਉਹ ਇਸ ਵਿਚਾਰ ਦੇ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਸਮਰਥਕਾਂ ਵਿੱਚੋਂ ਇੱਕ ਸਨ ਤੇ ਉਹਨਾਂ ਦੇ ਵਿਚਾਰਾਂ ਨੇ ਆਧੁਨਿਕ ਲੋਕਤੰਤਰ ਦੀ ਨੀਂਹ ਰੱਖੀ ਹੈ। ਮਿਲ ਦਾ ਇਹ ਮਸ਼ਹੂਰ ਕਥਨ ਨਕਾਰਾਤਮਕ ਆਜ਼ਾਦੀ ਦਾ ਪੂਰਾ ਨਿਚੋੜ ਹੈ। ਇਸ ਨੂੰ ਨੁਕਸਾਨ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਸਿੱਧੇ ਸ਼ਬਦਾਂ ਵਿੱਚ ਇਸ ਦਾ ਮਤਲਬ ਹੈ ਕਿ ਹਰ ਕੋਈ ਆਪਣੇ ਸਰੀਰ ਅਤੇ ਦਿਮਾਗ ਦਾ ਖੁਦ ਮਾਲਿਕ ਹੈ। ਸਰਕਾਰ ਜਾਂ ਸਮਾਜ ਕਿਸੇ ਦੀ ਆਜ਼ਾਦੀ ਤੇ ਸਿਰਫ ਉਦੋਂ ਰੋਕ ਲਗਾ ਸਕਦਾ ਹੈ ਜਦੋਂ ਉਸ ਦੇ ਕੰਮਾਂ ਨਾਲ ਕਿਸੇ ਦੂਜੇ ਨੂੰ ਸਿੱਧਾ ਨੁਕਸਾਨ ਪਹੁੰਚ ਰਿਹਾ ਹੋਵੇ। ਪਰ ਇੱਕ ਮਿੰਟ ਰੁਕੋ, ਕੀ ਸਿਰਫ ਅਕੇਲੇ ਛੱਡ ਦਿੱਤਾ ਜਾਣਾ ਹੀ ਕਾਫੀ ਹੈ ਕਿ ਇਹੀ ਅਸਲ ਆਜ਼ਾਦੀ ਹੈ? ਇੱਥੋਂ ਹੀ ਆਜ਼ਾਦੀ ਦਾ ਦੂਜਾ ਸੰਸਾਰ ਸਕਾਰਾਤਮਕ ਸੁਤੰਤਰਤਾ ਸ਼ੁਰੂ ਹੁੰਦਾ ਹੈ। ਇਹ ਵਿਚਾਰ ਇਸ ਗੱਲ ਤੇ ਸਵਾਲ ਚੁੱਕਦਾ ਹੈ ਕਿ ਕੀ ਸੱਚੀ ਆਜ਼ਾਦੀ ਲਈ ਸਿਰਫ ਦਖਲਅੰਦਾਜ਼ੀ ਦੀ ਗੈਰ ਹਾਜ਼ਰੀ ਤੋਂ ਵੱਧ ਕੁਝ ਚਾਹੀਦਾ ਹੈ? ਸਕਾਰਾਤਮਕ ਆਜ਼ਾਦੀ ਸਵੈ ਕਾਬੂ ਅਤੇ ਆਪਣੀ ਕਾਬਲੀਅਤ ਨੂੰ ਪੂਰਾ ਕਰਨ ਤੇ ਜ਼ੋਰ ਦਿੰਦੀ ਹੈ। ਇਹ ਕਹਿੰਦੀ ਹੈ ਕਿ ਸਰਕਾਰ ਦੀ ਇੱਕ ਸਰਗਰਮ ਭੂਮਿਕਾ ਹੈ ਲੋਕਾਂ ਨੂੰ ਮੌਕੇ ਦੇ ਕੇ ਉਹਨਾਂ ਨੂੰ ਸਮਰੱਥ ਬਣਾਉਣਾ, ਜਿਵੇਂ ਕਿ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ। ਜ਼ਰਾ ਸੋਚੋ, ਬੋਲਣ ਦੀ ਆਜ਼ਾਦੀ ਦਾ ਕੀ ਫਾਇਦਾ ਜੇ ਕਿਸੇ ਕੋਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਪੜ੍ਹਾਈ ਲਿਖਾਈ ਹੀ ਨਾ ਹੋਵੇ? ਇਹ ਸੋਚ ਆਜ਼ਾਦੀ ਨੂੰ ਅਸਲ ਜ਼ਿੰਦਗੀ ਦੇ ਸਮਾਜਿਕ ਅਤੇ ਆਰਥਿਕ ਹਾਲਾਤਾਂ ਨਾਲ ਜੋੜਦੀ ਹੈ। ਇਸ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਲਿਆਂ ਵਿੱਚ ਹੈਰੋਲਡ ਲਾਸਕੀ,
ਅਤੇ ਟੀ.ਐਚ. ਗ੍ਰੀਨ ਵਰਗੇ ਆਧੁਨਿਕ ਉਦਾਰਵਾਦੀ ਅਤੇ ਸਮਾਜਵਾਦੀ ਵਿਚਾਰਕਾਂ ਦਾ ਨਾਂ ਸਭ ਤੋਂ ਅੱਗੇ ਆਉਂਦਾ ਹੈ। ਲਾਸਕੀ ਦਾ ਇਹ ਵਾਕ ਇਸ ਪੂਰੇ ਵਿਚਾਰ ਦੇ ਤੱਤ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਇਹ ਸਾਡਾ ਧਿਆਨ ਸਿਰਫ ਰੋਕਾਂ ਦੀ ਗੈਰ ਹਾਜ਼ਰੀ ਤੋਂ ਹਟਾ ਕੇ ਅਸਲ ਯੋਗਤਾ ਅਤੇ ਸਮਰੱਥਾ ਵੱਲ ਲੈ ਜਾਂਦਾ ਹੈ। ਇਹ ਸਾਨੂੰ ਪੁੱਛਣ ਲਈ ਮਜਬੂਰ ਕਰਦਾ ਹੈ ਕਿ ਜੇ ਕਿਸੇ ਕੋਲ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਧਨ ਹੀ ਨਹੀਂ ਹਨ ਤਾਂ ਕੀ ਉਹ ਸੱਚਮੁੱਚ ਆਜ਼ਾਦ ਹੈ? ਚਲੋ ਜੀ, ਹੁਣ ਜਦੋਂ ਅਸੀਂ ਦੋਵੇਂ ਨਜ਼ਰੀਏ ਸਮਝ ਲਏ ਹਨ ਤਾਂ ਆਓ ਦੇਖੀਏ ਕਿ ਸੁਤੰਤਰਤਾ ਦਾ ਦੋ ਹੋਰ ਵੱਡੀਆਂ ਧਾਰਨਾਵਾਂ ਕਾਨੂੰਨ ਅਤੇ ਸਮਾਨਤਾ ਨਾਲ ਕੀ ਰਿਸ਼ਤਾ ਹੈ। ਇਹ ਬਹੁਤ ਦਿਲਚਸਪ ਹੈ। ਇੱਕ ਬਹੁਤ ਵੱਡਾ ਸਵਾਲ ਹੈ। ਇੱਕ ਪੱਲੇ ਸੋਚੋ, ਜੇ ਹਰ ਕੋਈ ਪੂਰੀ ਤਰ੍ਹਾਂ ਆਜ਼ਾਦ ਹੋਵੇ, ਕੋਈ ਨਿਯਮ ਨਾ ਹੋਵੇ, ਕੋਈ ਕਾਨੂੰਨ ਨਾ ਹੋਵੇ ਤਾਂ ਕੀ ਹੋਵੇਗਾ? ਕਿ ਇਸ ਨਾਲ ਹਫੜਾ ਤਫੜੀ ਨਹੀਂ ਮਚ ਜਾਵੇਗੀ? ਕਿ ਇੱਕ ਤਾਕਤਵਰ ਦੀ ਆਜ਼ਾਦੀ ਇੱਕ ਕਮਜ਼ੋਰ ਲਈ ਖਤਰਾ ਨਹੀਂ ਬਣ ਜਾਵੇਗੀ? ਜਿੱਥੇ ਸਭ ਕੁਝ ਕਰਨ ਦੀ ਇਜਾਜ਼ਤ ਹੋਵੇ, ਕਿ ਉੱਥੇ ਕੁਝ ਵੀ ਸੁਰੱਖਿਅਤ ਰਹਿ ਸਕਦਾ ਹੈ? ਜੌਨ ਲੌਕ ਇਸ ਦਾ ਜਵਾਬ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਦਿੰਦੇ ਹਨ, ਜਿੱਥੇ ਕੋਈ ਕਾਨੂੰਨ ਨਹੀਂ, ਉੱਥੇ ਕੋਈ ਆਜ਼ਾਦੀ ਨਹੀਂ। ਉਹਨਾਂ ਲਈ ਕਾਨੂੰਨ ਆਜ਼ਾਦੀ ਦਾ ਦੁਸ਼ਮਣ ਨਹੀਂ, ਸਗੋਂ ਉਸ ਦਾ ਸਭ ਤੋਂ ਵੱਡਾ ਰਖਵਾਲਾ ਹੈ। ਕਾਨੂੰਨ ਇੱਕ ਢਾਂਚਾ ਬਣਾਉਂਦਾ ਹੈ ਜੋ ਸਾਨੂੰ ਦੂਜਿਆਂ ਦੀ ਮਨਮਾਨੀ ਤੋਂ ਬਚਾਉਂਦਾ ਹੈ ਤਾਂ ਕਿ ਹਰ ਕੋਈ ਆਪਣੀ ਆਜ਼ਾਦੀ ਨੂੰ ਸੁਰੱਖਿਅਤ ਢੰਗ ਨਾਲ ਮਾਣ ਸਕੇ। ਪਰ ਇਸ ਸਿੱਕੇ ਦਾ ਇੱਕ ਦੂਜਾ ਪਾਸਾ ਵੀ ਹੈ। ਜਿਵੇਂ ਕਿ ਸਿਲੇ ਸਾਨੂੰ ਯਾਦ ਦਿਵਾਉਂਦੇ ਹਨ, ਆਜ਼ਾਦੀ ਅਤ ਸ਼ਾਸਨ ਦਾ ਵਿਰੋਧੀ ਹੈ। ਮਤਲਬ ਕਿ ਜਿੱਥੇ ਕੋਈ ਕਾਨੂੰਨ ਨਾ ਹੋਵੇ ਉੱਥੇ ਅਰਾਜਕਤਾ ਹੁੰਦੀ ਹੈ, ਪਰ ਜਿੱਥੇ ਬਹੁਤ ਜ਼ਿਆਦਾ ਕਾਨੂੰਨ ਹੋਣ ਜਾਂ ਸਰਕਾਰ ਦਾ ਬਹੁਤ ਜ਼ਿਆਦਾ ਦਬਦਬਾ ਹੋਵੇ, ਉਹ ਵੀ ਆਜ਼ਾਦੀ ਦਾ ਗਲਾ ਘੁੱਟ ਦਿੰਦਾ ਹੈ। ਇਸ ਲਈ ਅਸਲ ਚੁਣੌਤੀ ਇੱਕ ਬਹੁਤ ਹੀ ਨਾਜ਼ੁਕ ਸੰਤੁਲਨ ਲੱਭਣਾ ਹੈ। ਤੇ ਹੁਣ ਗੱਲ ਕਰਦੇ ਹਾਂ ਆਜ਼ਾਦੀ ਤੇ ਸਮਾਨਤਾ ਦੇ ਗੁੰਝਲਦਾਰ ਰਿਸ਼ਤੇ ਦੀ। ਕੀ ਇਹ ਦੋਸਤ ਨੇ ਜਾਂ ਦੁਸ਼ਮਣ? ਦੇਖੋ, ਪੁਰਾਣੇ ਉਦਾਰਵਾਦੀ ਅਕਸਰ ਇਹਨਾਂ ਨੂੰ ਵਿਰੋਧੀ ਮੰਨਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਜੇ ਸਾਰਿਆਂ ਨੂੰ ਬਰਾਬਰ ਕਰਨਾ ਹੈ, ਜਿਵੇਂ ਕਿ ਦੌਲਤ ਨੂੰ ਵੰਡਣਾ ਹੈ, ਤਾਂ ਤੁਹਾਨੂੰ ਕਿਸੇ ਨਾ ਕਿਸੇ ਦੀ ਨਿੱਜੀ ਆਜ਼ਾਦੀ ਤੇ ਰੋਕ ਲਗਾਉਣੀ ਪਵੇਗੀ। ਪਰ ਆਧੁਨਿਕ ਉਦਾਰਵਾਦੀ ਇਸ ਨੂੰ ਵੱਖਰੇ ਢੰਗ ਨਾਲ ਦੇਖਦੇ ਹਨ। ਉਹ ਕਹਿੰਦੇ ਨੇ ਕਿ ਆਜ਼ਾਦੀ ਤੇ ਸਮਾਨਤਾ ਇੱਕ ਦੂਜੇ ਦੇ ਪੂਰਕ ਨੇ, ਸਾਥੀ ਨੇ। ਉਹਨਾਂ ਮੁਤਾਬਿਕ ਜਿੱਥੇ ਬਹੁਤ ਜ਼ਿਆਦਾ ਅਸਮਾਨਤਾ ਹੋਵੇ, ਉੱਥੇ ਗਰੀਬ ਅਤੇ ਕਮਜ਼ੋਰ ਲੋਕ ਸੱਚਮੁੱਚ ਆਜ਼ਾਦ ਹੋ ਹੀ ਨਹੀਂ ਸਕਦੇ। ਇਸ ਲਈ ਸੱਚੀ ਆਜ਼ਾਦੀ ਲਈ ਸਮਾਨਤਾ ਦਾ ਇੱਕ ਪੱਧਰ ਬਹੁਤ ਜ਼ਰੂਰੀ ਹੈ। ਲਓ ਜੀ, ਇਸ ਸਫ਼ਰ ਵਿੱਚ ਆਪਾਂ ਆਜ਼ਾਦੀ ਦੀ ਧਾਰਨਾ ਦੇ ਕਈ ਪਹਿਲੂਆਂ ਨੂੰ ਛੂਇਆ ਹੈ। ਚਲੋ ਹੁਣ ਇੱਕ ਵਾਰ ਸਾਰੀਆਂ ਮੁੱਖ ਗੱਲਾਂ ਨੂੰ ਇਕੱਠਾ ਕਰਕੇ ਸੰਖੇਪ ਵਿੱਚ ਸਮਝ ਲਈਏ। ਤਾਂ ਯਾਦ ਰੱਖਣ ਵਾਲੀਆਂ ਮੁੱਖ ਗੱਲਾਂ ਕੀ ਹਨ? ਪਹਿਲੀ, ਆਜ਼ਾਦੀ ਦੇ ਦੋ ਚਿਹਰੇ ਹਨ। ਇੱਕ ਨਕਾਰਾਤਮਕ ਯਾਨੀ ਕਿਸੇ ਚੀਜ਼ ਤੋਂ ਆਜ਼ਾਦੀ, ਤੇ ਦੂਜਾ ਸਕਾਰਾਤਮਕ ਯਾਨੀ ਕੁਝ ਕਰਨ ਦੀ ਆਜ਼ਾਦੀ। ਦੂਜੀ, ਮੁੱਖ ਵਿਚਾਰਕ ਜੇ.ਐਸ. ਮਿਲ ਨਕਾਰਾਤਮਕ ਆਜ਼ਾਦੀ ਦੇ ਨਾਲ ਅਤੇ ਲਾਸਕੀ ਤੇ ਗ੍ਰੀਨ ਸਕਾਰਾਤਮਕ ਆਜ਼ਾਦੀ ਦੇ ਨਾਲ ਜੁੜੇ ਹਨ। ਤੀਜੀ ਗੱਲ, ਕਾਨੂੰਨ ਇੱਕ ਦੋ-ਧਾਰੀ ਤਲਵਾਰ ਹੈ। ਇਹ ਆਜ਼ਾਦੀ ਦੀ ਰੱਖਿਆ ਵੀ ਕਰ ਸਕਦਾ ਹੈ ਤੇ ਇਸ ਨੂੰ ਕੁਚਲ ਵੀ ਸਕਦਾ ਹੈ। ਤੇ ਅਖੀਰ ਵਿੱਚ ਚੌਥੀ ਅਤੇ ਸਭ ਤੋਂ ਜ਼ਰੂਰੀ ਗੱਲ, ਇੱਕ ਚੰਗੇ ਸਮਾਜ ਦੀ ਕੁੰਜੀ ਆਜ਼ਾਦੀ, ਅਧਿਕਾਰ ਅਤੇ ਸਮਾਨਤਾ ਵਿਚਕਾਰ ਇੱਕ ਸਹੀ ਸੰਤੁਲਨ ਲੱਭਣਾ ਹੈ। ਇਸ ਲਈ ਅੰਤ ਵਿੱਚ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਇੱਕ ਵਾਰ ਮਿਲ ਗਈ ਤੇ ਬਸ ਗੱਲ ਖਤਮ। ਨਹੀਂ, ਇਹ ਇੱਕ ਲਗਾਤਾਰ ਚੱਲਣ ਵਾਲਾ ਸੰਘਰਸ਼ ਹੈ, ਇੱਕ ਮਸ਼ਾਲ ਹੈ ਜਿਸ ਨੂੰ ਹਰ ਪੀੜ੍ਹੀ ਨੂੰ ਅੱਗੇ ਲੈ ਕੇ ਜਾਣਾ ਪੈਂਦਾ ਹੈ। ਜਿਵੇਂ ਲਾਰਡ ਐਕਟਨ ਨੇ ਸਾਨੂੰ ਸ਼ੁਰੂ ਵਿੱਚ ਹੀ ਯਾਦ ਕਰਵਾਇਆ ਸੀ, ਇਸ ਲਈ ਨਿਰੰਤਰ ਜਾਗਰੂਕਤਾ ਦੀ ਲੋੜ ਹੈ। ਜਿਵੇਂ ਤੁਸੀਂ ਸਾਰੇ ਆਪਣੀ ਪੜ੍ਹਾਈ ਨੂੰ ਅੱਗੇ ਵਧਾ ਰਹੇ ਹੋ, ਯਾਦ ਰੱਖਿਓ ਕਿ ਗਿਆਨ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਆਜ਼ਾਦੀ ਹੈ। ਇਹ ਤੁਹਾਡੇ ਮਨ ਦੇ ਦਰਵਾਜ਼ੇ ਖੋਲ੍ਹਦਾ ਹੈ ਤੇ ਨਵੀਆਂ ਸੰਭਾਵਨਾਵਾਂ ਪੈਦਾ ਕਰਦਾ ਹੈ। ਇਸ ਲਈ ਪੜ੍ਹਾਈ ਵਿੱਚ ਪੂਰਾ ਜ਼ੋਰ ਲਗਾ ਦਿਓ, ਸਫਲਤਾ ਤੁਹਾਡੇ ਕਦਮ ਜ਼ਰੂਰ ਚੁੰਮੇਗੀ। ਮਾਸਟਰ ਕੇਡਰ ਅਤੇ ਲੈਕਚਰਾਰ ਦੀ ਤਿਆਰੀ ਲਈ ਹੋਰ ਵਿਸ਼ਲੇਸ਼ਣ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।